ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਪੜ੍ਹ ਰਹੇ ਹਾਂ ਦੁਖੀਏ ਮਾਂ ਪੁੱਤ ਦੀ ਕਹਾਣੀ, ਜਿਸ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਮਹਾਰਾਜਾ ਦਲੀਪ ਸਿੰਘ ਤੇ ਉਹਨਾਂ ਦੀ ਰਾਣੀ ਮਹਾਰਾਣੀ ਜਿੰਦਾ ਦੇ ਦੁੱਖ ਦਾ ਵਰਣਨ ਕੀਤਾ ਗਿਆ ਹੈ। ਆਪਾਂ ਪੜ੍ਹ ਲਿਆ ਹੈ ਕਿ ਮਹਾਰਾਣੀ ਜਿੰਦਾ ਨੂੰ ਨੇਪਾਲ ਦੇ ਵਿੱਚ ਚਲੇ ਜਾਂਦੀ ਹੈ, ਉਹ ਦੇਸ਼ ਨਿਕਾਲਾ ਉਹਨਾਂ ਨੂੰ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਮਹਾਰਾਜਾ ਦਲੀਪ ਸਿੰਘ ਦੇ ਨਾਲ ਕਿਸ ਤਰ੍ਹਾਂ ਦਾ ਵਤੀਰਾ ਕੀਤਾ ਜਾਂਦਾ, ਉਹਨਾਂ ਨੂੰ ਵੀ ਮਹਾਰਾਜਾ ਦੀ ਗੱਦੀ ਤੋਂ ਉਤਾਰ ਕੇ ਲਾਹੌਰ ਤੋਂ ਬਾਹਰ ਕੱਢਿਆ ਜਾਂਦਾ ਹੈ। ਰਸਤੇ ਵਿੱਚ ਜਾਂਦੇ ਹੋਏ ਫਤਿਹਗੜ੍ਹ ਸਾਹਿਬ ਪੁੱਜਦੇ ਹਨ ਤੇ ਇੱਥੇ ਜਿਹੜਾ ਉਹਨਾਂ ਨੂੰ ਲਾਹੌਰ ਦੇ ਵਿੱਚ ਹੀ ਅੰਗਰੇਜ਼ ਅਫਸਰ ਲਗਾਨ ਵੱਲੋਂ ਹਰ ਤਰੀਕੇ ਦਾ ਨਾਲ ਸਿੱਖੀ ਧਰਮ ਤੋਂ ਦੂਰ ਕਰਕੇ ਉਹਨਾਂ ਨੂੰ ਈਸਾਈ ਧਰਮ ਦੇ ਵਿੱਚ ਤਬਦੀਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਅਸੀਂ ਪੜ੍ਹਨਾ ਹੈ ਕਿ ਮਹਾਰਾਜਾ ਜਦੋਂ ਦੇਸ਼ ਨਿਕਾਲਾ ਦਿੱਤਾ ਜਾਂਦਾ ਹੈ, ਉਹਨਾਂ ਨੂੰ ਉਹ ਫਤਿਹਗੜ੍ਹ ਪੁੱਜਦੇ ਹਨ। ਇੱਥੋਂ ਸ਼ੁਰੂ ਕਰਾਂਗੇ। ਜੀਵਨ ਖੇਡ ਵਿੱਚ ਹਾਰੇ ਹੋਏ ਰਾਹੀ ਵਾਂਗ ਦਲੀਪ ਸਿੰਘ ਫਤਿਹਗੜ੍ਹ ਸਾਹਿਬ ਨੂੰ ਜਾ ਰਿਹਾ ਸੀ। ਅੰਬਾਲੇ ਵਿੱਚ ਉਸਨੇ ਪਹਿਲਾਂ ਅੰਗਰੇਜ਼ੀ ਨਾਚ ਵੇਖਿਆ। 20 ਜਨਵਰੀ 1850 ਨੂੰ ਸਹਾਰਨ ਪਹੁੰਚਦੇ ਹਨ ਤੇ 29 ਜਨਵਰੀ ਨੂੰ ਜਮਨਾ ਤੋਂ ਪਾਰ ਪਹੁੰਚਦੇ ਹਨ। 17-18 ਫਰਵਰੀ ਨੂੰ ਫਤਿਹਗੜ੍ਹ ਸਾਹਿਬ ਪੁੱਜ ਜਾਂਦੇ ਹਨ। ਮਹਾਰਾਜਾ ਸ਼ੇਰ ਸਿੰਘ ਦੀ ਰਾਣੀ ਅਤੇ ਉਹਨਾਂ ਦਾ ਪੁੱਤਰ ਸ਼ਿਵਦੇਵ ਸਿੰਘ ਵੀ ਉਹਨਾਂ ਦੇ ਨਾਲ ਫਤਿਹਗੜ੍ਹ ਸਾਹਿਬ ਜਾਂਦੇ ਹਨ। ਗੁਰੂ ਗ੍ਰੰਥ ਸਾਹਿਬ ਤੇ ਗ੍ਰੰਥੀ ਨਾਲ ਨਹੀਂ ਗਏ ਸਨ। ਇਹ ਪੱਕਾ ਹੋ ਚੁੱਕਾ ਸੀ ਕਿ ਮਹਾਰਾਜੇ ਵਿੱਚੋਂ ਸਿੱਖੀ ਬਿਲਕੁਲ ਕੱਢ ਦਿੱਤੀ ਜਾਵੇ। ਲਾਹੌਰੋਂ ਤੁਰਨ ਲੱਗਿਆਂ ਇਸ ਗੱਲ ਦਾ ਖਿਆਲ ਰੱਖਿਆ ਗਿਆ ਸੀ। ਲਾਗਨ ਲਿਖਦਾ ਹੈ ਕਿ ਲਾਹੌਰੋਂ ਤੁਰਨ ਵੇਲੇ ਮਹਾਰਾਜੇ ਨਾਲ ਬਹੁਤ ਸਾਰੇ ਸਿੱਖ ਹਟਾ ਦਿੱਤੇ ਗਏ। ਜਲੂਸ ਨਾਲ ਮੁਸਲਮਾਨ ਰੱਖੇ ਗਏ। ਸਿੱਖ ਗ੍ਰੰਥੀ ਤੇ ਪੰਡਤ ਜੋ ਹਰ ਵੇਲੇ ਮਹਾਰਾਜੇ ਦੇ ਕੋਲ ਰਹਿੰਦੇ ਸੀ, ਉਹਨਾਂ ਨੂੰ ਲਾਹੌਰ ਹੀ ਛੱਡ ਦਿੱਤਾ ਗਿਆ। ਨਾ ਗੁਰੂ ਗ੍ਰੰਥ ਸਾਹਿਬ ਦੀ ਬੀੜ ਨਾਲ ਗਈ ਤੇ ਨਾ ਕੋਈ ਗ੍ਰੰਥ। ਇੱਕ ਪ੍ਰੋਹਤ 6 ਮਹੀਨੇ ਵਾਸਤੇ ਨਾਲ ਗਿਆ। ਫਤਿਹਗੜ੍ਹ ਸਾਹਿਬ ਪੁੱਜਣ ਤੇ ਮਹਾਰਾਜੇ ਦਾ ਪੁਰਾਣਾ ਨੌਕਰ ਮੁਸਲਮਾਨ ਮੀਆਂ ਕਾਇਮ ਵੀ ਹਟਾ ਦਿੱਤਾ ਗਿਆ ਤੇ ਉਸ ਦੀ ਥਾਂ ਤੇ ਇੱਕ ਜਵਾਨ ਪੰਡਤ ਭਜਨ ਲਾਲ ਜੋ ਫਰਖੁਆਬਾਦ ਅਮਰੀਕਨ ਮਿਸ਼ਨ ਸਕੂਲ ਵਿੱਚ ਪੜ੍ਹਿਆ ਸੀ, ਉਹਨੂੰ ਨਾਲ ਰੱਖ ਦਿੱਤਾ ਤੇ ਉਹ ਹਰ ਵੇਲੇ ਮਹਾਰਾਜੇ ਦੇ ਕੋਲ ਰੱਖਿਆ ਜਾਂਦਾ ਸੀ। ਜਦ ਇੱਥੋਂ ਤੱਕ ਯਤਨ ਹੋ ਰਹੇ ਸਨ ਕਿ ਫਿਰ ਸਿੱਖੀ ਕਿੰਨਾ ਕੁ ਚਿਰ ਰਹਿ ਸਕਦੀ ਸੀ। ਪੰਜਾਬੀ ਵਿੱਦਿਆ, ਗੁਰੂ ਇਤਿਹਾਸ ਤੇ ਗੁਰਬਾਣੀ ਦੇ ਸੁਫਨੇ ਵੀ ਬੰਦ ਕਰ ਦਿੱਤੇ ਗਏ। ਹਾਂ, ਅੰਗਰੇਜ਼ੀ ਵਿੱਦਿਆ ਤੇ ਚੱਲਣ ਦਾ ਪ੍ਰਚਾਰ ਦਿਨੋਂ ਦਿਨ ਵੱਧਦਾ ਰਿਹਾ। ਵਾਲਟਰ ਗਾਈਜ਼ ਮੇਰਠ ਵਿੱਚ ਇੱਕ ਅੰਗਰੇਜ਼ ਅਫਸਰ ਵਾਲਟਰ ਗਾਈਜ਼ ਨੌਕਰੀ ਲੱਭਦਾ ਫਿਰਦਾ ਲਗਾਨ ਨੂੰ ਮਿਲਿਆ। ਲਾਗਨ ਨੂੰ ਮਿਲਦਾ ਹੈ, ਉਸ ਨੂੰ ਮਹਾਰਾਜੇ ਦਾ ਉਸਤਾਦ ਬਣਾ ਦਿੱਤਾ ਜਾਂਦਾ ਹੈ। ਉੱਧਰ 15 ਫਰਵਰੀ 1850 ਈਸਵੀ ਨੂੰ ਲਾਗਨ ਨੇ ਆਪਣੀ ਇਸਤਰੀ ਨੂੰ ਲਿਖਿਆ ਹੈ ਕਿ ਮੇਰੀ ਪ੍ਰਬਲ ਇੱਛਾ ਇਹ ਹੈ ਕਿ ਬਾਲਕ ਮਹਾਰਾਜੇ ਦੇ ਤੇ ਸ਼ਹਿਜ਼ਾਦੇ ਸ਼ਿਵਦੇਵ ਸਿੰਘ ਉੱਤੇ ਸਾਡਾ ਬਤੌਰ ਈਸਾਈ ਚੰਗਾ ਪ੍ਰਭਾਵ ਪਵੇ। ਲਾਰੈਂਸ ਦੀ ਚਿੱਠੀ ਆਉਂਦੀ ਹੈ। 18 ਫਰਵਰੀ ਨੂੰ ਪਿੱਛੋਂ ਲਾਰੈਂਸ ਦੀ ਚਿੱਠੀ ਗਈ। ਮੇਰੇ ਪਿਆਰੇ ਮਹਾਰਾਜ ਜੀ, ਮੈਂ ਸੁਣ ਕੇ ਬਹੁਤ ਪ੍ਰਸੰਨ ਹਾਂ ਕਿ ਆਪ ਰਾਜੀ ਖੁਸ਼ੀ ਹੋ। ਮੈਂ ਆਸ ਕਰਦਾ ਹਾਂ ਕਿ ਤੁਸੀਂ ਆਪਣਾ ਘਰ ਦੇ ਮੈਦਾਨ ਪਸੰਦ ਕਰਦੇ ਹੋਵੋਗੇ। ਨਾਲ ਹੀ ਗੰਗਾ ਜੀ ਹੈ, ਜਿਵੇਂ ਮੈਂ ਤੁਹਾਨੂੰ ਦੱਸਿਆ ਗਿਆ। ਮੈਨੂੰ ਹਰ ਵੇਲੇ ਤੁਹਾਡਾ ਹੀ ਧਿਆਨ ਰਹਿੰਦਾ ਹੈ। ਆਸ ਹੈ ਤੁਸੀਂ ਰੋਜ਼ ਲਿਖਦੇ ਪੜ੍ਹਦੇ ਹੋਵੋਗੇ। ਤੁਹਾਡੀ ਅਰੋਗਤਾ ਤੇ ਪ੍ਰਸੰਨਤਾ ਦਾ ਚਾਹਵਾਨ ਤੁਹਾਡਾ ਸੱਚਾ ਮਿੱਤਰ ਹੈਨਰੀ ਲਾਰੈਂਸ। ਇਹ ਚਿੱਠੀ ਹੈ ਤਾਂ ਬਿਲਕੁਲ ਸਾਦੀ, ਪਰ ਇਹ ਪ੍ਰਗਟ ਕਰਨ ਵਾਸਤੇ ਕਿ ਅਸੀਂ ਅੰਗਰੇਜ਼ ਤੁਹਾਡੇ ਕਿੰਨੇ ਹੇਜਲੇ ਹਾਂ ਤੇ ਆਪਣੇ ਹਾਂ ਕਾਫੀ ਅਸਰ ਰੱਖਦੀ ਹੈ। ਖੈਰ, ਦਲੀਪ ਸਿੰਘ ਨੂੰ ਕਿਵੇਂ ਆਪਣੀ ਮਰਜ਼ੀ ਦਾ ਬਣਾਇਆ ਗਿਆ, ਜਰਾ ਅੱਗੇ ਚੱਲ ਕੇ ਆਪਾਂ ਵੇਖਦੇ ਹਾਂ। ਫਤਿਹਗੜ੍ਹ ਸਾਹਿਬ ਵਿੱਚ ਗੰਗਾ ਦੇ ਕਿਨਾਰੇ ਦੋਹੀਂ ਪਾਸੇ ਫੌਜੀ ਚੌਂਕੀਆਂ ਘਿਰੀਆਂ ਪਈਆਂ ਸਨ। ਘਰ ਦੇ 4 ਸਪੇਰੇ ਦਿਨੇ ਰਾਤ ਸਿਪਾਹੀ ਪਹਿਰੇ 'ਤੇ ਲੱਗੇ ਰਹਿੰਦੇ ਸਨ। ਪੱਕੀ ਛਾਉਣੀ ਦਲੀਪ ਸਿੰਘ ਦੇ ਘਰ ਤੋਂ 3 ਮੀਲ ਦੂਰ ਸੀ। ਲਾਗਨ ਨੇ ਉਦਾਲੇ ਦੇ ਕੁਛ ਬੰਗਲੇ ਖਰੀਦੇ। ਮਹਾਰਾਜੇ ਵਾਸਤੇ ਨਵਾਂ ਵੱਡਾ ਘਰ ਬਣਾਇਆ। ਪੁਰਾਣੇ ਪੰਜਾਬੀ ਨੌਕਰ ਹਟਾ ਕੇ ਉਹਨਾਂ ਦੀ ਥਾਂ 'ਤੇ ਨਵੇਂ ਆਦਮੀ ਰੱਖ ਲਏ ਗਏ। 250 ਰੁਪਏ ਮਹੀਨੇ 'ਤੇ ਗਾਈਜ਼ ਰੱਖਿਆ ਗਿਆ। ਬਾਰਲੋ ਦੀ ਥਾਂ ਇੱਕ ਹੋਰ ਅੰਗਰੇਜ਼ ਰੱਖ ਲਿਆ ਗਿਆ। ਬੱਗੀ ਦਾ ਕੋਚਵਾਨ ਵੀ ਇੱਕ ਅੰਗਰੇਜ਼ 150 ਰੁਪਏ ਮਹੀਨੇ 'ਤੇ ਰੱਖ ਲਿਆ। ਮੁੱਕਦੀ ਗੱਲ, ਚੁਫੇਰੇ ਆਪਣੇ ਇਤਬਾਰੀ ਤੇ ਈਸਾਈ ਖਿਆਲਾਂ ਦੇ ਨੌਕਰ ਲਾ ਦਿੱਤੇ ਗਏ। ਇੱਥੇ ਮਹਾਰਾਜੇ ਦੇ ਕੋਲ 300-400 ਨੌਕਰ, 3-4 ਬੱਗੀਆਂ ਤੇ 20-30 ਘੋੜੇ ਤੇ 5-6 ਹਾਥੀ ਸਨ। ਸਵੇਰੇ ਸ਼ਾਮ ਰੋਜ਼ ਮਹਾਰਾਜਾ ਸੈਰ ਕਰਨ ਜਾਇਆ ਕਰਦੇ ਸਨ। ਕਦੇ 4 ਅਰਬੀਆਂ ਘੋੜਿਆਂ ਦੀ ਬੱਗੀ ਅੰਗਰੇਜ਼ ਕੋਚਵਾਨ ਵਾਲੀ ਤੇ ਕਦੀ ਚਾਂਦੀ ਦੇ ਹੋਂਦੇ ਵਾਲਾ ਹਾਥੀ ਤੇ ਕਦੇ ਵਧੀਆ ਘੋੜਾ। ਮਹਾਰਾਜਾ ਘੋੜੇ ਦਾ ਚੰਗਾ ਅਫਸਰ ਸੀ ਅਤੇ ਉਸ ਦੇ ਨਾਲ ਸ਼ਹਿਜ਼ਾਦਾ ਸ਼ਿਵਦੇਵ ਤੇ ਕੁਛ ਅੰਗਰੇਜ਼ ਮਿੱਤਰ ਵੀ ਹੁੰਦੇ ਸਨ। ਹਰ ਵੇਲੇ ਲਾਗਨ ਜਾਂ ਗਾਈਜ਼ ਨਾਲ ਰਹਿੰਦੇ ਤੇ ਰਾਖੀ ਵਾਸਤੇ ਗਵਰਨਰ ਜਨਰਲ ਤੇ ਇਤਬਾਰੀ 25 ਸਿਪਾਹੀ ਤੇ ਅਫਸਰ ਵੀ ਹੁੰਦੇ ਸਨ। ਅਸਲ ਵਿੱਚ ਮਹਾਰਾਜਾ ਇੱਥੇ ਕੈਦੀ ਹੀ ਸੀ। ਲਾਗਨ ਦਾ ਦਲੀਪ ਸਿੰਘ 'ਤੇ ਕਿੰਨਾ ਸਖਤ ਕਾਬੂ ਸੀ, ਇਹ ਛੋਟੀ ਜਿਹੀ ਘਟਨਾ ਤੋਂ ਪਤਾ ਲੱਗ ਜਾਵੇਗਾ ਜੋ ਲਾਗਨ ਨੇ 16 ਜਨਵਰੀ 1850 ਦੀ ਚਿੱਠੀ ਵਿੱਚ ਲਿਖੀ। ਇੱਕ ਦਿਨ ਮਹਾਰਾਜਾ ਮੀਂਹ ਵਰਦੇ ਵਿੱਚ ਬਾਗ ਵਿੱਚ ਭਿੱਜ ਗਿਆ। ਲਾਗਨ ਨੇ ਉਸ ਨੂੰ ਭਿੱਜੇ ਹੋਏ ਕੱਪੜੇ ਉਤਾਰਨ ਵਾਸਤੇ ਕਿਹਾ ਤਾਂ ਉਹਨੇ ਅੱਗੋਂ ਇਨਕਾਰ ਕਰ ਦਿੱਤਾ। ਲਾਗਨ ਨੇ ਮਹਾਰਾਜੇ ਨੂੰ ਕਮਰੇ ਵਿੱਚ ਬੰਦ ਕਰ ਦਿੱਤਾ
ਤੇ ਅੱਧਾ ਘੰਟਾ ਵਕਤ ਸੋਚਣ ਵਾਸਤੇ ਕਿਹਾ। ਕੁਝ ਮਿੰਟਾਂ ਪਿੱਛੋਂ ਉਹ ਹੋਕੇ ਭਰਦਾ ਲਾਗਨ ਕੋਲ ਗਿਆ ਤੇ ਕਿਹਾ, ਅਹਿਮਦਨਾਮੇ ਅਨੁਸਾਰ ਮੈਂ ਜਿਵੇਂ ਚਾਹਵਾਂ ਕਰ ਸਕਦਾ ਹਾਂ। ਅੱਗੋਂ ਲਾਗਨ ਨੇ ਤਾੜਨਾ ਕਰਦਿਆਂ ਕਿਹਾ ਕਿ ਅਹਿਮਦਨਾਮੇ ਵਿੱਚ ਕੋਈ ਅਜਿਹੀ ਸ਼ਰਤ ਨਹੀਂ। ਮੈਨੂੰ ਤੇਰੇ ਉੱਤੇ ਹਾਕਮ ਲਾਇਆ ਹੈ ਤੇ ਇਸ ਵੇਲੇ ਮੈਂ ਹੀ ਤੇਰਾ ਬਾਪ ਹਾਂ। ਮੈਂ ਹੀ ਸੋਚ ਸਕਦਾ ਹਾਂ ਤੇਰੀ ਭਲਾਈ ਕਿਸ ਵਿੱਚ ਹੈ। ਉਸ ਤੋਂ ਪਿੱਛੋਂ ਦਲੀਪ ਸਿੰਘ ਬੜਾ ਆਗਿਆ ਕਰ ਰਿਹਾ, ਡਰਦਾ ਡਰਦਾ। ਮਹਾਰਾਜਾ ਸ਼ੇਰ ਸਿੰਘ ਦੀ ਰਾਣੀ ਨੇੜੇ ਹੀ ਵੱਖਰੇ ਬੰਗਲੇ ਦੇ ਵਿੱਚ ਮਹਾਰਾਜਾ ਸ਼ੇਰ ਸਿੰਘ ਦੀ ਰਾਣੀ ਰਹਿੰਦੀ ਸੀ। ਉਹ ਕਾਂਗੜੇ ਦੇ ਉੱਘੇ ਘਰਾਣੇ ਵਿੱਚੋਂ ਮਹਾਰਾਜੇ ਦੀ ਸਭ ਤੋਂ ਛੋਟੀ ਰਾਣੀ ਸੀ। ਇਹ ਬਿਲਕੁਲ ਸਾਦਾ ਲਿਬਾਸ ਪਹਿਨਦੀ ਰਹਿੰਦੀ ਸੀ ਤੇ ਗਹਿਣਾ ਕਦੇ ਨਹੀਂ ਸੀ ਪਾਉਂਦੀ। ਉਹ ਆਮ ਸਫੇਦ ਮਲਮਲ ਦਾ ਦੁਪੱਟਾ ਸਿਰ 'ਤੇ ਰੱਖਦੀ। ਉਹ ਹਰ ਤਰ੍ਹਾਂ ਹਰ ਵੇਲੇ ਘਰ ਵਿੱਚ ਹੀ ਰਹਿੰਦੀ ਤੇ ਕੋਲ ਉਸਦਾ ਭਰਾ ਮੀਆਂ ਉੱਤਮ ਰਹਿੰਦਾ ਸੀ। ਸ਼ਿਵਦੇਵ ਦਿਨੇ ਮਹਾਰਾਜਾ ਦਲੀਪ ਸਿੰਘ ਦੇ ਕੋਲ ਰਹਿੰਦਾ ਤੇ ਰਾਤ ਨੂੰ ਆਪਣੀ ਮਾਂ ਦੇ ਕੋਲ ਚਲਾ ਜਾਂਦਾ। ਦੋਵੇਂ ਚਾਚਾ ਭਤੀਜਾ ਖੇਡਦੇ ਚੰਗੇ ਲੱਗਦੇ ਸਨ। ਮਹਾਰਾਜੇ ਦੇ ਗਲ ਵਿੱਚ ਮੋਤੀਆਂ ਦੀ ਮਾਲਾ ਹੁੰਦੀ ਸੀ। ਸ਼ਹਿਜ਼ਾਦਾ ਪੱਗ ਦੇ ਉੱਤੇ ਸੋਨੇ ਦੀ ਜੰਜੀਰੀ ਪਹਿਨਿਆ ਕਰਦੇ ਸਨ। ਰਾਣੀ ਸ਼ਿਵਦੇਵ ਨੂੰ ਰੋਟੀ ਘਰ ਵਿੱਚ ਸਦਾ ਆਪ ਖਵਾਉਂਦੀ ਤੇ ਮਹਾਰਾਜਾ ਵੀ ਬਹੁਤ ਵਾਰ ਉਹਦੇ ਘਰ ਵਿੱਚ ਚਲਾ ਜਾਂਦਾ। ਉਹ ਬੜੀ ਖੂਬਸੂਰਤ, ਸਮਝਦਾਰ, ਵਰਤਾ ਵਿਧਵਾ ਸੀ। ਲੋਕਾਂ ਦਾ ਖਿਆਲ ਸੀ ਕਿ ਵੱਡੀ ਭਰਜਾਈ ਹੋਣ ਦੇ ਕਾਰਨ ਮਹਾਰਾਜਾ ਉਸ ਨਾਲ ਪੁਨਰ ਵਿਆਹ ਕਰ ਲਵੇਗਾ, ਪਰ ਲੋਕ ਇਹ ਕੀ ਜਾਣਨ ਕਿ ਡਲਹੌਜੀ ਕਿਸੇ ਵੀ ਸਿੱਖ ਜਾਂ ਸਿੱਖ ਘਰਾਣੇ ਨਾਲ ਮਹਾਰਾਜੇ ਦਾ ਮੇਲ ਜੋਲ ਪਸੰਦ ਨਹੀਂ ਕਰਦਾ ਸੀ। ਮਹਾਰਾਜੇ ਦੇ ਜਨਮ ਦਿਨ ਉੱਤੇ ਅੰਗਰੇਜ਼ ਅਫਸਰਾਂ ਨੂੰ ਨਿਉਂਦੇ ਦਿੱਤੇ ਜਾਂਦੇ, ਦਿਲ ਖੋਲ੍ਹ ਕੇ ਪੈਸੇ ਲੁਟਾਏ ਜਾਂਦੇ। ਜਿਹੜਾ 10,000 ਰੁਪਇਆ ਮਹੀਨਾ ਉਸਨੂੰ ਮਿਲਦਾ ਸੀ ਉਹ ਉਸੇ ਤਰ੍ਹਾਂ ਉਡਾਇਆ ਜਾਂਦਾ। ਕੁਛ ਅੰਗਰੇਜ਼ ਨੌਕਰਾਂ ਨੂੰ ਵਧੇਰੇ ਤਨਖਾਹਾਂ ਦਿੱਤੀਆਂ ਜਾਂਦੀਆਂ, ਕੁਛ ਪ੍ਰੀਤੀ ਭੋਜਨਾਂ ਜਾਂ ਤੋਹਫਿਆਂ ਦੇ ਇਨਾਮਾਂ ਵਿੱਚ। ਜੇਬ ਦਲੀਪ ਸਿੰਘ ਦੀ ਸੀ ਤੇ ਹੱਥ ਲਾਗਨ ਦਾ। ਫਿਰ ਸਰਫਾ ਕਿਹਾ, ਲਾਗਨ ਆਪਣੀ ਇਸਤਰੀ ਨੂੰ ਲਿਖਦਾ ਕਿ ਸੱਚ ਜਾਣੋ ਕਿ ਮੈਂ ਮਹਾਰਾਜੇ ਦੇ ਖਰਚ ਉੱਤੇ ਮਨਮਰਜ਼ੀ ਦੀਆਂ ਮੌਜਾਂ ਮਾਣ ਸਕਦਾ, ਜਿਵੇਂ ਉਹ ਸਭ ਕੁਛ ਮੇਰਾ ਆਪਣਾ ਹੁੰਦਾ ਹੈ। ਮਹਾਰਾਜਾ ਤੇ ਸ਼ੇਰ ਸਿੰਘ ਦੀ ਭੈਣ ਤੇ ਕੁਰਗ ਦੀ ਸ਼ਹਿਜ਼ਾਦੀ। ਮਹਾਰਾਜਾ ਦਲੀਪ ਸਿੰਘ ਛੋਟਾ ਹੁੰਦਾ ਸੀ। ਰਾਜਾ ਸ਼ੇਰ ਸਿੰਘ ਅਟਾਰੀ ਵਾਲੇ ਦੀ ਭੈਣ ਨਾਲ ਮੰਗਿਆ ਹੋਇਆ ਸੀ। ਅੰਗਰੇਜ਼ ਸ਼ੇਰ ਸਿੰਘ ਨੂੰ ਸਭ ਤੋਂ ਵੱਡਾ ਵੈਰੀ ਸਮਝਦੇ ਸਨ। ਡਲਹੌਜੀ ਤੇ ਲਾਗਨ ਇਹ ਕਿਵੇਂ ਸਹਿ ਸਕਦੇ ਸਨ ਕਿ ਮਹਾਰਾਜਾ ਸ਼ੇਰ ਸਿੰਘ ਦੀ ਭੈਣ ਨਾਲ ਉਹਦਾ ਵਿਆਹ ਹੋ ਜਾਵੇ। ਸੋ ਰੋਜ਼ ਸ਼ੇਰ ਸਿੰਘ ਦੇ ਵਿਰੁੱਧ ਮਹਾਰਾਜੇ ਦੇ ਮਨ ਵਿੱਚ ਜ਼ਹਿਰ ਭਰਿਆ ਕਰਦਾ ਸੀ। ਇਸ ਚੁੱਕਣ ਦਾ ਸਦਕਾ ਅੰਤ ਮਹਾਰਾਜੇ ਨੇ ਆਖ ਦਿੱਤਾ ਕਿ ਮੈਂ ਸ਼ੇਰ ਸਿੰਘ ਦੀ ਭੈਣ ਨਾਲ ਵਿਆਹ ਨਹੀਂ ਕਰਾਉਣਾ। ਲਾਗਨ 16 ਜਨਵਰੀ 1850 ਈਸਵੀ ਨੂੰ ਚਿੱਠੀ ਵਿੱਚ ਲਿਖਦਾ ਹੈ ਕਿ ਦਲੀਪ ਸਿੰਘ ਨੇ ਸ਼ੇਰ ਸਿੰਘ ਦੀ ਭੈਣ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਮੈਂ ਚਾਹੁੰਦਾ ਹਾਂ ਕਿ ਸ਼ੇਰ ਸਿੰਘ ਦੀ ਭੈਣ ਨਾਲ ਵਿਆਹ ਕਰਨ ਤੋਂ ਰਾਜਾ ਕੁਰਗ, ਜੋ ਈਸਾਈ ਹੋ ਚੁੱਕਾ ਹੈ, ਦੀ ਲੜਕੀ, ਜੋ ਬਨਾਰਸ ਵਿੱਚ ਆਈ ਹੋਈ ਹੈ ਤੇ ਜਿਸ ਨੂੰ ਅੰਗਰੇਜ਼ ਬੱਚਿਆਂ ਵਾਂਗ ਪਾਲਿਆ ਹੋਇਆ ਹੈ, ਜਿਸ ਨੂੰ ਰਾਜਾ ਉੱਚੀ ਵਿੱਦਿਆ ਤੇ ਵਾਸਤੇ ਵਲਾਇਤ ਭੇਜਣ ਨੂੰ ਤਿਆਰ ਹੈ, ਦਲੀਪ ਸਿੰਘ ਆਪਣੀ ਰਾਏ ਬਣਾਉਣ ਵਾਸਤੇ ਚੁਣ ਲਵੇ। ਲੜਕੀ 8 ਸਾਲ ਦੀ ਉਮਰ ਵਿੱਚ ਬੜੀ ਸੁਸ਼ੀਲ ਤੇ ਸੁੰਦਰ ਹੈ। ਲਾਗਨ ਵੀ ਇਹ ਚਾਹੁੰਦਾ ਸੀ ਕਿ ਦਲੀਪ ਸਿੰਘ ਆਪਣੇ ਸ਼ਾਹੀ ਮਹਿਲ ਖੁਆ ਬੈਠਾ ਹੈ, ਪਰ ਉਸਦੇ ਵਾਸਤੇ ਫਤਿਹਗੜ੍ਹ ਵਿੱਚ ਸੁੰਦਰ ਬਾਗ ਤੇ ਸ਼ਾਨਦਾਰ ਘਰ ਬਣਾਇਆ ਜਾਵੇ। ਪਰ ਇਹ ਸਭ ਕੁਝ ਕਰਨ ਵਾਸਤੇ ਗਵਰਨਰ ਜਨਰਲ ਦੀ ਮਨਜ਼ੂਰੀ ਚਾਹੀਦੀ ਸੀ। ਲਾਗਨ ਇਹ ਸਾਰੇ ਸਵਾਲ ਡਲਹੌਜੀ ਤੋਂ ਪੁੱਛਦਾ ਹੈ ਕਿ ਇਸ ਦਾ ਜਵਾਬ ਡਲਹੌਜੀ ਵੱਲੋਂ ਆਉਂਦਾ ਹੈ। 1850 ਵਿੱਚ ਮੇਰੀ ਸਰਕਾਰੀ ਚਿੱਠੀ ਜੋ ਦੇਰ ਨਾਲ ਭੇਜੀ ਗਈ ਹੈ ਤੁਹਾਨੂੰ ਜਾਣੂ ਕਰਵਾ ਦੇਵੇਗੀ ਕਿ ਮੇਰੇ ਖਿਆਲ ਵਿੱਚ ਮਹਾਰਾਜੇ ਵਾਸਤੇ ਤੁਹਾਡੇ ਸਾਰੇ ਨਕਸ਼ੇ ਵਿੱਚੋਂ ਵੱਧ ਕੇ ਹਨ। ਉਸਦਾ ਆਉਣ ਜਾਣ ਵਾਲਾ ਜੀਵਨ ਇਹ ਨਿਸ਼ਾਨ ਵਾਲਾ ਨਹੀਂ ਹੋਵੇਗਾ ਜਿੰਨਾ ਤੁਸੀਂ ਖਿਆਲ ਕਰਦੇ ਹੋ। ਮਹਾਰਾਜੇ ਦੇ ਵਿਆਹ ਦਾ ਪ੍ਰਬੰਧ ਕਰਨਾ ਸਾਡੇ ਵਾਸਤੇ ਔਖਾ ਹੈ। ਮੈਂ ਕਦੇ ਨਹੀਂ ਚਾਹੁੰਦਾ ਕਿ ਮਹਾਰਾਜਾ ਅਤੇ ਸਿੱਖਾਂ ਵਿੱਚ ਕੋਈ ਸਬੰਧ ਹੋਵੇ, ਸਗੋਂ ਮੈਂ ਡਟ ਕੇ ਇਸ ਗੱਲ ਦੀ ਵਿਰੋਧਤਾ ਕਰਦਾ ਹਾਂ। ਨਾ ਸਿੱਖੀ ਜਜ਼ਬਾਤ ਅਤੇ ਨਾ ਕਿਸੇ ਸਿੱਖ ਘਰਾਣੇ ਨਾਲ ਕੋਈ ਮੇਲ ਹੋਣ ਦਿਆਂਗਾ। ਮਹਾਰਾਜਾ ਆਪ ਹੀ ਚਤਰ ਸਿੰਘ ਦੀ ਲੜਕੀ ਨਾਲ ਮੰਗਣੀ ਤੋੜਨੀ ਚਾਹੁੰਦਾ ਹੈ। ਸ਼ਾਇਦ ਉਹ ਵਿਆਹ ਕਰਾਵੇ। ਉਹ ਰਾਜਾ ਕੁਰਗ ਦੀਆਂ ਲੜਕੀਆਂ ਵਿੱਚੋਂ ਵਿਆਹ ਵਾਸਤੇ ਇੱਕ ਨੂੰ ਚੁਣ ਲਵੇ ਤਾਂ ਮੈਂ ਨਾ ਨਹੀਂ ਕਰਾਂਗਾ। ਡਲਹੌਜੀ ਫਤਿਹਗੜ੍ਹ ਸਾਹਿਬ ਵਿੱਚ ਆਉਂਦਾ। ਚਿੱਠੀ ਪੜ੍ਹ ਕੇ ਹਿਸਾਬ ਲਾ ਲਓ ਡਲਹੌਜੀ ਦੇ ਇਰਾਦੇ ਦਲੀਪ ਸਿੰਘ ਬਾਰੇ ਕੀ ਸਨ। 25 ਦਸੰਬਰ 1850 ਨੂੰ ਡਲਹੌਜੀ ਫਤਿਹਗੜ੍ਹ ਆਇਆ ਤੇ ਮਹਾਰਾਜੇ ਦੇ ਘਰ ਪ੍ਰਾਹੁਣਾ ਬਣਿਆ। ਅਗਲੀਆਂ ਗਰਮੀਆਂ ਵਿੱਚ ਮਹਾਰਾਜੇ ਨੂੰ ਮਸੂਰੀ ਜਾਣ ਦੀ ਆਗਿਆ ਮਿਲ ਗਈ। ਇਸੇ ਸਮੇਂ ਡਲਹੌਜੀ ਨੇ ਇੱਕ ਦਰਬਾਰ ਕੀਤਾ ਜਿਸ ਵਿੱਚ ਬਹੁਤ ਸਾਰੇ ਦੇਸੀ ਰਾਜੇ ਸੱਦੇ ਗਏ। ਮਹਾਰਾਜਾ ਦਲੀਪ ਸਿੰਘ ਇਸ ਦਰਬਾਰ ਵਿੱਚ ਸ਼ਾਮਲ ਨਹੀਂ ਹੋਇਆ ਕਿਉਂਕਿ ਉਹ ਆਪਣੇ ਆਪ ਨੂੰ ਸਾਰਿਆਂ ਤੋਂ ਵੱਖਰਾ ਰੱਖਣਾ ਚਾਹੁੰਦਾ ਸੀ। ਮਹਾਰਾਜਾ ਹਰਿਦੁਆਰ ਤੇ ਮਸੂਰੀ। ਦਲੀਪ ਸਿੰਘ ਮਸੂਰੀ ਜਾਂਦਾ ਹੋਇਆ ਰਾਹ ਵਿੱਚ ਆਗਰਾ, ਦਿੱਲੀ, ਮੇਰਠ ਵਿੱਚ ਸ਼ਹਿਰਾਂ ਦੀ ਸੈਰ ਕਰਦਾ ਹੋਇਆ ਅੰਗਰੇਜ਼ ਅਫਸਰਾਂ ਦੇ ਘਰ ਪ੍ਰਾਹੁਣਾ ਰਿਹਾ। ਰਾਹ ਵਿੱਚ ਹਰਿਦੁਆਰ ਦੇ ਦਰਸ਼ਨ ਵਾਸਤੇ ਵੀ ਗਿਆ। ਉੱਥੇ ਉਨੀ ਦਿਨੀ ਬਹੁਤ ਸਾਰੇ ਪੰਜਾਬੀ ਗਏ ਸਨ। ਇਸ ਵਾਸਤੇ ਮਹਾਰਾਜੇ ਦੇ ਰਾਖੇ ਬੜੇ ਡਰਦੇ ਸਨ। ਉਹਨਾਂ ਡੇਰਾ ਤਾਂ ਇੱਕ ਪਾਸੇ ਤੋੜ ਦਿੱਤਾ ਤਾਂ ਕਿਸੇ ਨੂੰ ਪਤਾ ਨਾ ਲੱਗੇ ਤੇ ਮਹਾਰਾਜੇ ਨੂੰ ਹਾਥੀ 'ਤੇ ਬਿਠਾ ਕੇ ਹਰਿਦੁਆਰ ਘਾਟ ਉੱਤੇ ਲੈ ਗਏ। ਉੱਥੇ ਮਹਾਰਾਜੇ ਦੀ ਪੁਰਾਣੀ ਪਰਜਾ ਪੰਜਾਬੀਆਂ ਨੇ ਉਸ ਨੂੰ ਪਛਾਣ ਲਿਆ ਤੇ ਉਸ ਦੇ ਹਾਥੀ ਨੂੰ ਘੇਰਾ ਪਾ ਲਿਆ। ਬੜੀ ਔਖਿਆਈ ਨਾਲ ਭੀੜ ਵਿੱਚੋਂ ਹਾਥੀ ਨੂੰ ਭਜਾ ਕੇ ਦੇਹਰਾਦੂਨ ਪਹੁੰਚੇ। ਇੱਥੇ ਕੁਝ ਦਿਨ ਮਹਾਰਾਜਾ ਗਵਰਨਰ ਜਨਰਲ ਦੀ ਰਖਵਾਲੀ ਫੌਜ ਦੀ ਰਾਖੀ ਵਿੱਚ ਰਿਹਾ। ਮਸੂਰੀ ਪਹੁੰਚ ਕੇ ਮਹਾਰਾਜੇ ਵਾਸਤੇ ਜਰਾ ਦੁਰੇਡੇ ਬੰਗਲੇ ਵਿੱਚ ਨਿਵਾਸ ਦਾ ਪ੍ਰਬੰਧ ਕੀਤਾ ਗਿਆ। ਪਹਿਲਾਂ ਤਾਂ ਉੱਥੇ ਜਾਣ ਦਾ ਚਾਅ ਸੀ,
ਫਿਰ ਸਿਆਲ ਉਤਰ ਜਾਣ 'ਤੇ ਕਿੰਨਾ ਚਿਰ ਡਲਹੌਜ਼ੀ ਦੀ ਮਨਜ਼ੂਰੀ ਉਡੀਕਣੀ ਪਈ। ਅਸਲ ਵਿੱਚ ਗਵਰਨਰ ਜਨਰਲ ਦੇ ਹੁਕਮ ਤੋਂ ਬਿਨਾਂ ਮਹਾਰਾਜਾ ਇੱਕ ਥਾਂ ਤੋਂ ਦੂਜੇ ਥਾਂ 'ਤੇ ਨਹੀਂ ਜਾ ਸਕਦਾ ਸੀ। ਦਸੰਬਰ 1850 ਵਿੱਚ ਲਾਗਨ ਦੀ ਇਸਤਰੀ ਵੀ ਆ ਗਈ, ਸੋ ਦਲੀਪ ਸਿੰਘ ਦੇ ਦਿਲ 'ਤੇ ਕਾਬੂ ਪਾਉਣਾ ਵਧੇਰੇ ਸੌਖਾ ਹੋ ਗਿਆ। ਕੁਛ ਅੰਗਰੇਜ਼ ਲੜਕੇ ਮਹਾਰਾਜੇ ਦੇ ਖਰਚੇ ਉੱਤੇ ਉਸ ਦੇ ਨਾਲ ਹੀ ਰਹਿੰਦੇ ਸਨ। ਜਿੱਥੇ ਦਲੀਪ ਸਿੰਘ ਜਾਂਦਾ ਉਹ ਸਾਰਾ ਡਿਮ ਡਾਣਾ ਨਾਲ ਜਾਂਦਾ। ਮਾਲ ਮੁਫਤ, ਦਿਲੇ ਬੇਰਹਿਮਾਂ ਵਾਲੀ ਗੱਲ ਬਣੀ ਹੋਈ ਸੀ। ਤੇ ਫਿਰ ਪ੍ਰਗਟ ਇਹ ਕੀਤਾ ਜਾਂਦਾ ਕਿ ਸਭ ਕੁਝ ਮਹਾਰਾਜੇ ਦੀ ਭਲਾਈ ਵਾਸਤੇ ਕੀਤਾ ਜਾਂਦਾ ਸੀ। ਮਹਾਰਾਜਾ ਦਲੀਪ ਸਿੰਘ ਤੇ ਗੌਰਮੈਂਟ ਦਾ ਕਰਤਾ ਪੰਨਾ 99 'ਤੇ ਲਿਖਦਾ ਹੈ ਕਿ ਮਹਾਰਾਜੇ ਦੇ ਬਚਪਨ ਤੋਂ ਹੀ ਹਰ ਘਟਨਾ ਬਾਰੇ ਉਹਦੇ ਦਿਲ 'ਤੇ ਇਹ ਅਸਰ ਜਮਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਉਹਨੂੰ ਬੜੀ ਵੱਡੀ ਸ਼ਾਨ ਨਾਲ ਰੱਖਿਆ ਜਾ ਰਿਹਾ ਹੈ। ਈਸਟ ਇੰਡੀਆ ਕੰਪਨੀ ਦੇ ਵੱਡੀ ਤਨਖਾਹ ਵਾਲੇ ਨੌਕਰਾਂ ਦਾ ਮਹਾਰਾਜੇ ਦੇ ਅਫਸਰ ਤੇ ਰੱਖਿਅਕ ਨਿਯਤ ਕਰਨਾ, ਸਾਥੀਆਂ ਦਾ ਚੁਣਾਵ ਤੇ ਦੋਸਤਾਂ ਦਾ ਉਹਨਾਂ 'ਤੇ ਖਰਚੇ, ਉਹਦੇ ਨਾਲ ਰਹਿਣਾ, ਸਭ ਕੁਝ ਉਸ ਦੇ ਭਲੇ ਪਾਸੇ ਹੈ। ਉਸਦਾ ਜਾਣ ਅਣਜਾਣ, ਉਸਦੀ ਰਹਿਣੀ ਬਹਿਣੀ, ਉਸਦੀ ਵਿੱਦਿਆ, ਖੇਲ ਤਮਾਸ਼ਾ, ਛੋਟੇ ਕੰਮਾਂ ਉੱਤੇ ਬੰਦਸ਼ਾਂ ਤੇ ਸਰਕਾਰੀ ਹਦਾਇਤਾਂ ਤੋਂ ਇਹ ਪ੍ਰਗਟ ਹੋਇਆ ਕਿ ਉਸਦੀ ਸ਼ਾਨ ਬਹਿਸ਼ੀਅਤ ਸਾਹਿਬਜ਼ਾਦੇ ਦੇ ਕਾਇਮ ਰੱਖਣ ਵਾਸਤੇ ਸਾਰੇ ਸਰਕਾਰੀ ਹੁਕਮਾਂ ਨੂੰ ਮੰਨਣਾ ਜ਼ਰੂਰੀ ਹੈ। ਉਸ ਨੂੰ ਇਹ ਆਜ਼ਾਦੀ ਨਹੀਂ ਜੋ ਇਹ ਠੀਕ ਸਮਝੇ ਉਹ ਕਰ ਸਕੇ ਜਾਂ ਆਪਣੇ ਮੁਲਕ ਵਿੱਚ ਆਪਣੀ ਸ਼ਾਹੀ ਸ਼ਾਨ ਦੇ ਮੁਤਾਬਕ ਰਹਿ ਸਕੇ। ਇਹ ਦਲੀਪ ਸਿੰਘ ਦੀ ਬਾਹਰਲੀ ਹਾਲਤ ਸੀ। ਉਹ ਚਫੇਰਿਓਂ ਅੰਗਰੇਜ਼ਾਂ ਤੇ ਈਸਾਈਆਂ ਨਾਲ ਘਿਰਿਆ ਹੋਇਆ ਸੀ, ਜੋ ਮੂੰਹੋਂ ਉਸਦੇ ਮਿੱਤਰ ਸਨ ਤੇ ਅੰਦਰੋਂ ਵਿਰੋਧੀ ਸਨ। ਫਤਿਹਗੜ੍ਹ ਵਿੱਚ ਪੂਰੀ ਤਰ੍ਹਾਂ ਕੈਦ ਸੀ। ਸੁਆਦੀ ਗੱਲ ਇਹ ਹੈ ਕਿ ਜਿਹੜੇ ਉਸ ਉੱਤੇ ਪਹਿਰੇਦਾਰ ਲਾਏ ਸਨ ਉਹ ਵੀ ਉਸ ਤੋਂ ਤਨਖਾਹ ਲੈਂਦੇ ਸਨ। ਉਸ ਨੂੰ ਇੱਕੇ ਵਾਰ ਆਪਣਿਆਂ ਤੋਂ ਵਿਛੋੜ ਕੇ ਉੱਪਰਿਆਂ ਦੇ ਵੱਸ ਪਾ ਦਿੱਤਾ ਸੀ। ਮਹਾਰਾਜਾ ਈਸਾਈ ਕਿਵੇਂ ਬਣਦਾ? ਬਾਲਕ ਮਹਾਰਾਜੇ ਦਾ ਰਾਜਪਾਲ ਤੇ ਦੇਸ਼ ਖੋ ਕੇ ਸੱਜਣ ਠੱਗਾਂ ਨੇ ਬਸ ਨਹੀਂ ਕੀਤੀ। ਅੰਤ ਉਹਦਾ ਧਰਮ ਵੀ ਉਸ ਤੋਂ ਖੋਹ ਲਿਆ। ਉਸ ਨੂੰ ਕਿਵੇਂ ਪੁਚਲਾ ਕੇ ਈਸਾਈ ਬਣਾਇਆ, ਹੁਣ ਉਸ 'ਤੇ ਵਿਚਾਰ ਕਰਾਂਗੇ। ਜਦ ਮਹਾਰਾਜੇ ਨੂੰ ਪੰਜਾਬ ਵਿੱਚੋਂ ਬਾਹਰ ਕੱਢਿਆ ਗਿਆ ਤਾਂ ਉਸ ਦੇ ਨਾਲ ਧਾਰਮਿਕ ਵਿੱਦਿਆ ਦਾ ਕੋਈ ਬੰਦੋਬਸਤ ਨਹੀਂ ਕੀਤਾ ਗਿਆ। ਨਾ ਗੁਰੂ ਗ੍ਰੰਥ ਸਾਹਿਬ ਦੀ ਬੀੜ ਤੇ ਨਾ ਕੋਈ ਗ੍ਰੰਥੀ ਫਤਿਹਗੜ੍ਹ ਲਿਜਾਇਆ ਗਿਆ। ਉਸ ਦੇ ਨੌਕਰਾਂ ਚਾਕਰਾਂ ਵਿੱਚੋਂ ਕੋਈ ਵੀ ਸਿੱਖ ਨਹੀਂ ਸੀ ਉਹਨਾਂ ਦੇ ਨਾਲ। ਪੰਜਾਬ ਦੇ ਕਿਸੇ ਪਤਵੰਤੇ ਸਿੱਖ ਨੂੰ ਮਹਾਰਾਜੇ ਨੂੰ ਮਿਲਣ ਦੀ ਆਗਿਆ ਨਹੀਂ ਸੀ। ਮਹਾਰਾਜਾ ਆਪਣੀ ਮਾਂ ਨਾਲ ਵੀ ਚਿੱਠੀ ਪੱਤਰ ਨਹੀਂ ਸੀ ਕਰ ਸਕਦਾ। ਅਸਲ ਵਿੱਚ ਲਾਹੌਰ ਛੱਡਣ ਦੇ ਸਮੇਂ ਤੋਂ ਹੀ ਉਹ ਆਪਣੇ ਸਾਰੇ ਮਿੱਤਰਾਂ ਸੰਬੰਧੀਆਂ ਨੂੰ ਵੱਖ ਕਰ ਦਿੱਤਾ ਸੀ। ਤੇ ਜਿਹੜਾ ਮਹਾਰਾਜੇ ਦਾ ਰੱਖਿਅਕ ਬਣਾਇਆ ਗਿਆ ਸੀ ਡਾਕਟਰ ਲਾਗਨ, ਉਸ ਦੇ ਦਿਲ ਵਿੱਚ ਮਹਾਰਾਜੇ ਨੂੰ ਈਸਾਈ ਬਣਾਉਣ ਦੀ ਕਿੰਨੀ ਪ੍ਰਬਲ ਇੱਛਾ ਸੀ ਉਸ ਦੀਆਂ ਨਿੱਜੀ ਚਿੱਠੀਆਂ ਤੋਂ ਪਤਾ ਲੱਗਦਾ ਹੈ ਕਿ 6 ਮਈ 1849 ਨੂੰ ਚਿੱਠੀ ਵਿੱਚ ਆਪਣੀ ਪਤਨੀ ਨੂੰ ਲਿਖਦਾ ਹੈ ਕਿ ਮਹਾਰਾਜਾ ਮੇਰੇ ਕੋਲੋਂ ਅੰਗਰੇਜ਼ੀ ਸਬਕ ਲਿਖਣ ਵਿੱਚ ਬੜਾ ਖੁਸ਼ ਹੈ। ਮੈਂ ਉਸ ਨੂੰ ਅੰਜੀਲ ਦਾ ਸਿਧਾਂਤ ਸਿਖਾਉਂਦਾ, ਲਿਖਣ ਤੇ ਤਰਜਮਾ ਕਰਨ ਵਾਸਤੇ ਦੱਸਦਾ। ਮੈਂ ਇਰਾਦਾ ਹੁੰਦਿਆਂ ਹੋਇਆਂ ਵੀ ਉਸ ਦੇ ਹੱਥ ਵਿੱਚ ਅਜਿਹੇ ਅੰਜੀਲ ਨਹੀਂ ਦੇ ਸਕਦਾ। ਉਸ ਨੂੰ ਆਪਣਾ ਗਿਆਨ ਵਧਾਉਣ ਵਾਸਤੇ ਇਹੋ ਜਿਹੇ ਸਿਧਾਂਤ ਦਿੰਦਾ ਹਾਂ। ਲਾਗਨ ਫਿਰ 15 ਫਰਵਰੀ 1850 ਨੂੰ ਖੱਤ ਲਿਖਦਾ ਹੈ ਕਿ ਮੇਰੀ ਪ੍ਰਬਲ ਇੱਛਾ ਹੈ ਕਿ ਬਾਲਕ ਮਹਾਰਾਜੇ ਉੱਤੇ ਬਤੌਰ ਈਸਾਈ ਦਾ ਚੰਗਾ ਪ੍ਰਭਾਵ ਪਵੇ। ਸਾਡੀ ਵਿਲਾਇਤ ਦੀ ਰਹਿਣੀ ਤੇ ਅੰਗਰੇਜ਼ ਇਸਤਰੀ ਦੇ ਚੱਲਣ ਦੀ ਸ਼ਰਧਾ ਉਸ ਦੇ ਦਿਲ ਵਿੱਚ ਪੈਦਾ ਹੋ ਜਾਵੇ। 27 ਜਨਵਰੀ 1851 ਨੂੰ ਸਰਕਾਰੀ ਰਿਪੋਰਟ ਵਿੱਚ ਲਾਗਨ ਲਿਖਦਾ ਹੈ ਕਿ ਮੈਂ ਇਸ ਗੱਲ ਨੂੰ ਮੰਨਦਾ ਹਾਂ ਕਿ ਜੇ ਮਹਾਰਾਜਾ ਮੈਥੋਂ ਅੰਜੀਲ ਪੜ੍ਹਨ ਦੀ ਆਗਿਆ ਮੰਨਦਾ ਤਾਂ ਮੈਂ ਵਿਰੋਧ ਨਾ ਕਰਦਾ। ਇਸੇ ਰਿਪੋਰਟ ਵਿੱਚ ਅੱਗੇ ਚੱਲ ਕੇ ਕਹਿੰਦਾ ਹੈ ਕਿ ਪਿਛਲੇ ਕਈ ਵਰ੍ਹਿਆਂ ਤੋਂ ਮਹਾਰਾਜੇ ਨੂੰ ਸਿੱਖ ਧਰਮ ਦੇ ਅਸੂਲਾਂ ਵੱਲ ਧਿਆਨ ਦੇਣ ਦਾ ਸਮਾਂ ਹੀ ਨਹੀਂ ਮਿਲਿਆ। ਮਹਾਰਾਜੇ ਦੇ ਈਸਾਈ ਹੋਣ 'ਤੇ 2 ਜੂਨ 1853 ਨੂੰ ਲਾਗਨ ਲਿਖਦਾ ਹੈ ਕਿ ਭਾਵੇਂ ਮਹਾਰਾਜੇ ਦੇ ਈਸਾਈ ਹੋਣ ਤੋਂ ਪਹਿਲਾਂ ਹੀ ਮੇਰੀ ਇਹ ਖਾਹਿਸ਼ ਸੀ ਕਿ ਪਰ ਹੁਣ ਮੈਂ ਦੱਸ ਨਹੀਂ ਸਕਦਾ ਕਿ ਇਹ ਘਟਨਾ ਨਾਲ ਮੇਰੀ ਖੁਸ਼ੀ ਕਿੰਨੀ ਵਧੀ ਹੈ। ਸੋ ਜਿੱਥੇ ਪਹਿਲਾਂ ਤੋਂ ਮੇਰੀਆਂ ਵਰਬਲ ਇੱਛਾ ਸੀ ਕਿ ਦਲੀਪ ਸਿੰਘ ਨੂੰ ਈਸਾਈ ਬਣਾਉਣ ਦੀ, ਤੇ ਖਾਸ ਕਰ ਉਸ ਆਦਮੀ ਦੇ ਦਿਲ ਵਿੱਚ ਜਿਸ ਨੇ ਨਿਆਸਰੇ ਬਾਲਕ ਨੂੰ ਆਪਣੀ ਗੋਦ ਵਿੱਚ ਲਿਆ ਸੀ, ਤਾਂ ਉਹ ਈਸਾਈ ਬਣਦਾ ਵੀ ਕਿਵੇਂ ਨਾ। ਉਸ ਦੇ ਦਿਲ ਵਿੱਚ ਸਿੱਖੀ ਵੱਲੋਂ ਮੋੜ ਕੇ ਈਸਾਈ ਧਰਮ ਵੱਲ ਆਉਣ ਬਦਲੇ ਲਾਗਨ ਨੇ ਬੜੀ ਚਾਤਰੀ ਨਾਲ ਕੰਮ ਕੀਤਾ ਹੈ। ਲਾਹੌਰ ਛੱਡਣ ਪਿੱਛੋਂ ਗੁਰਬਾਣੀ ਗੁਰ ਇਤਿਹਾਸ ਤੋਂ ਮਹਾਰਾਜੇ ਵਾਸਤੇ ਸੁਫਨਾ ਹੋ ਗਏ ਸਨ। ਅੰਜੀਲ ਤੇ ਈਸਾਈ ਮਤ ਦਾ ਚਰਚਾ ਚੁਫੇਰੇ ਜ਼ਰੂਰ ਖਿਲਰ ਗਈ ਸੀ। ਉਸਦੇ ਫਾਰਸੀ ਪੜ੍ਹਾਉਣ ਵਾਸਤੇ ਉਸਤਾਦ ਕੋਲ ਉਸਦੀ ਹਜ਼ੂਰੀ ਨੌਕਰ ਕਰੀਮ ਬਖਸ਼ ਕੋਲ ਫਾਰਸੀ ਦੀ ਅੰਜੀਲ ਸੀ, ਸੋ ਉਸ ਨੂੰ ਪੜ੍ਹ ਕੇ ਸੁਣਾਈ ਜਾਂਦੀ। ਜਿਨ੍ਹਾਂ ਕਿਤਾਬਾਂ ਰਾਹੀਂ ਮਹਾਰਾਜੇ ਨੂੰ ਵਿੱਦਿਆ ਦਿੱਤੀ ਜਾਂਦੀ, ਉਹਨਾਂ ਵਿੱਚ ਬਹੁਤੇ ਹਿੱਸੇ ਈਸਾਈ ਮਤ ਦੇ ਵਡਿਆਈ ਦੇ ਸਨ। ਭਜਨ ਲਾਲ ਮਿਲਦਾ ਹੈ ਫਤਿਹਗੜ੍ਹ ਪੁੱਜਣ ਤੋਂ ਥੋੜ੍ਹਾ ਚਿਰ ਪਿੱਛੋਂ ਕਰੀਮ ਬਖਸ਼ ਨੌਕਰੀ ਛੱਡ ਕੇ ਪੰਜਾਬ ਆ ਗਿਆ। ਉਹਦੀ ਥਾਂ 'ਤੇ ਹਜ਼ੂਰ ਖਿਦਮਤਗਾਰ ਭਜਨ ਲਾਲ ਰੱਖਿਆ ਗਿਆ। ਉਹ ਫਰਖਾਬਾਦ ਦਾ ਰਹਿਣ ਵਾਲਾ ਪੰਡਤ ਤੋਂ ਈਸਾਈ ਹੋਇਆ ਸੀ। ਉਸ ਨੇ ਫਰਖਾਬਾਦ ਅਮਰੀਕਨ ਮਿਸ਼ਨ ਸਕੂਲ ਵਿੱਚ ਵਿੱਦਿਆ ਪ੍ਰਾਪਤ ਕੀਤੀ ਸੀ। ਉਹ ਹਰ ਵੇਲੇ ਮਹਾਰਾਜੇ ਦੇ ਕੋਲ ਰਹਿੰਦਾ ਤੇ ਉਹਨੂੰ ਅੰਜੀਲ ਪੜ੍ਹਾ ਕੇ ਸੁਣਾਉਂਦਾ। ਇਉਂ ਸਮਝੋ ਕਿ ਉਸ ਨੂੰ ਨੌਕਰ ਵੀ ਇਸ ਵਾਸਤੇ ਰੱਖਿਆ ਗਿਆ ਸੀ ਕਿ ਉਹ ਮਹਾਰਾਜੇ ਨੂੰ ਸਿੱਖੀ 'ਚੋਂ ਕੱਢ ਕੇ ਈਸਾਈ ਧਰਮ ਵਿੱਚ ਭਰੇ। ਮਹਾਰਾਜੇ ਨੂੰ ਜਾਂ ਤਾਂ ਬ੍ਰਹਮ ਮਤ ਦੇ ਨਾਲ ਥੱਲੇ ਅਜਿਹੀਆਂ ਮਨਘੜਤ ਸਾਖੀਆਂ ਸੁਣਾਈਆਂ ਜਾਂਦੀਆਂ ਸਨ ਜਿਸ ਨੂੰ ਇਨਸਾਨੀ ਅਕਲ ਮੰਨੇ ਨਾ, ਤੇ ਉਹਨਾਂ ਦਾ ਅਸਰ ਉਡਾਉਣ ਵਾਸਤੇ ਈਸਾਈ ਧਰਮ ਦੀਆਂ ਸਿੱਧੀਆਂ ਸਾਦੀਆਂ ਕਹਾਣੀਆਂ। ਇਸ ਰੋਜ਼ ਦੀ ਸਿੱਖਿਆ ਦਾ ਸਿੱਟਾ ਇਹ ਨਿਕਲਿਆ ਕਿ ਜਿਸ ਬਦਲੇ ਉਹ ਸਾਰਾ ਚਾਰਾ ਕੀਤਾ ਜਾ ਸਕਦਾ ਸੀ। ਦਲੀਪ ਸਿੰਘ ਮੰਨ ਗਿਆ ਕਿ ਮੈਂ ਈਸਾਈ ਹੋਣਾ ਚਾਹੁੰਦਾ ਹਾਂ। ਹੁਣ ਅੰਗਰੇਜ਼ ਬੱਚਿਆਂ ਨਾਲ ਖੇਡਦਿਆਂ ਦਲੀਪ ਸਿੰਘ ਨੂੰ ਆਪਣੇ ਵਾਲ ਉੱਪਰੇ ਲੱਗਣ ਲੱਗ ਪਏ, ਕਿਉਂਕਿ ਸਾਰੇ ਸਾਥੀਆਂ ਵਿੱਚੋਂ ਇੱਕ ਉਹ ਆਪ ਹੀ ਕੇਸਾਂ ਵਾਲਾ ਸੀ।
ਮਹਾਰਾਜਾ ਸ਼ੇਰ ਸਿੰਘ ਦੀ ਰਾਣੀ ਤੇ ਦਲੀਪ ਸਿੰਘ। ਮਹਾਰਾਜਾ ਸ਼ੇਰ ਸਿੰਘ ਦੀ ਰਾਣੀ ਨੇ ਇਹ ਅਫਵਾਹ ਸੁਣੀ ਕਿ ਉਸਦੇ ਦਿਲ ਵਿੱਚ ਇਸ ਗੱਲ ਦਾ ਪੱਕਾ ਪਤਾ ਕਰਨ ਦੀ ਇੱਛਾ ਹੋਈ। ਇੱਕ ਦਿਨ ਉਸਨੇ ਲੇਡੀ ਲਾਗਨ ਨੂੰ ਕਿਹਾ ਕਿ ਮਹਾਰਾਜਾ ਮੈਨੂੰ ਮਿਲਣ ਕਿਉਂ ਨਹੀਂ ਆਉਂਦਾ। ਇਸ ਦੇ ਉੱਤਰ ਇੱਕ ਦਿਨ ਮਹਾਰਾਜਾ ਦਲੀਪ ਸਿੰਘ ਤੇ ਲੇਡੀ ਲਾਗਨ ਦੋਵੇਂ ਰਾਣੀ ਦੇ ਘਰ ਗਏ। ਅੱਗੋਂ ਸ਼ਹਿਜ਼ਾਦੇ ਸ਼ਿਵਦੇਵ ਸਿੰਘ ਤੇ ਉਸਦੇ ਮਾਮੇ ਮੀਏ ਉੱਤਮ ਨੇ ਉਹਨਾਂ ਦਾ ਬੜਾ ਚੰਗੀ ਤਰ੍ਹਾਂ ਸਵਾਗਤ ਕੀਤਾ। ਰਾਣੀ ਫਲਾਂ ਤੇ ਸ਼ਰਬਤਾਂ ਬਣਾਉਣ ਲੱਗ ਪਈ। ਰਸਮੀ ਗੱਲਾਂ ਕਰਨ ਪਿੱਛੋਂ ਉਸਨੇ ਇੱਕ ਗਲਾਸ ਵਿੱਚ ਸ਼ਰਬਤ ਪਾ ਕੇ ਮਹਾਰਾਜੇ ਦੇ ਪੇਸ਼ ਕੀਤਾ। ਉਸਨੇ ਗਲਾਸ ਲੇਡੀ ਲਾਗਨ ਦੇ ਹਵਾਲੇ ਕੀਤਾ। ਲੇਡੀ ਲਾਗਨ ਨੇ ਇਹ ਸਮਝ ਕੇ ਮਹਾਰਾਜੇ ਵਾਸਤੇ ਹੋਰ ਆਵੇਗਾ ਉਹ ਸ਼ਰਬਤ ਪੀ ਲਿਆ ਤੇ ਗਲਾਸ ਥਾਲ ਵਿੱਚ ਰੱਖ ਦਿੱਤਾ। ਰਾਣੀ ਨੇ ਉਸੇ ਤਰ੍ਹਾਂ ਲੇਡੀ ਲਾਗਨ ਦੇ ਜੂਠੇ ਗਲਾਸ ਵਿੱਚ ਹੋਰ ਸ਼ਰਬਤ ਪਾ ਦਿੱਤਾ। ਮਹਾਰਾਜੇ ਵੱਲ ਵਧਾਇਆ। ਲੇਡੀ ਲਾਗਨ ਨੇ ਕਿਹਾ, ਮਹਾਰਾਜ ਜੂਠੇ ਗਲਾਸ ਵਿੱਚ ਨਾ ਪੀਓ। ਪਰ ਦਲੀਪ ਸਿੰਘ ਨੇ ਇਸ ਗੱਲ ਦੀ ਕੋਈ ਪਰਵਾਹ ਨਾ ਕੀਤੀ ਤੇ ਗਲਾਸ ਫੜ ਕੇ ਸ਼ਰਬਤ ਪੀ ਲਿਆ। ਪਰ ਉਸੇ ਵੇਲੇ ਭਰਜਾਈ ਨੂੰ ਨਮਸਕਾਰ ਕਰਕੇ ਦਲੀਪ ਸਿੰਘ ਬਾਹਰ ਨਿਕਲ ਆਇਆ। ਬਾਹਰ ਆ ਕੇ ਲੇਡੀ ਲਾਗਨ ਨੇ ਫਿਰ ਕਿਹਾ, ਮਹਾਰਾਜ ਤੁਸੀਂ ਜੂਠੇ ਗਲਾਸ ਵਿੱਚ ਸ਼ਰਬਤ ਕਿਉਂ ਪੀਤਾ। ਅੱਗੋਂ ਦਲੀਪ ਸਿੰਘ ਨੇ ਉੱਤਰ ਦਿੱਤਾ, ਅਜਿਹਾ ਨਾ ਕਰਕੇ ਮੈਂ ਤੁਹਾਡਾ ਨਿਰਾਦਰ ਕਰਦਾ। ਹੁਣ ਰਾਣੀ ਸਭ ਕੁਝ ਸਮਝ ਗਈ ਤੇ ਮੈਂ ਕਿਸੇ ਤੋਂ ਕੋਈ ਸ਼ਰਮ ਨਹੀਂ ਕਰਦਾ। ਮੈਂ ਧਰਮ ਤਿਆਗ ਚੁੱਕਾ ਹਾਂ। ਰਾਣੀ ਨੂੰ ਡਲਹੌਜੀ ਦੀ ਤਾੜਨਾ। ਇਸ ਘਟਨਾ ਤੋਂ ਰਾਣੀ ਨੂੰ ਤਸੱਲੀ ਹੋ ਗਈ ਕਿ ਦਲੀਪ ਸਿੰਘ ਸਿੱਖੀ ਤੋਂ ਪਰਤਤ ਹੋ ਚੁੱਕਾ ਹੈ। ਉਸਦੇ ਅੰਦਰ ਖਿਆਲ ਹੋਇਆ ਕਿ ਦਲੀਪ ਸਿੰਘ ਦੇ ਈਸਾਈ ਹੋਣ ਪਿੱਛੇ ਕੇਵਲ ਉਸਦਾ ਪੁੱਤਰ ਸ਼ਿਵਦੇਵ ਸਿੰਘ ਤੇ ਸਿੱਖਾਂ ਦਾ ਸਹੀ ਆਗੂ ਰਹਿ ਜਾਂਦਾ। ਅੰਤ ਉਹ ਸਿੱਖਾਂ ਦੀ ਰਾਜ ਦੀ ਗੱਦੀ ਤੇ ਬਵੇਗਾ। ਸ਼ਿਵਦੇਵ ਸਿੰਘ ਦੇ ਮੂੰਹੋਂ ਕੁਛ ਅਜਿਹੀਆਂ ਗੱਲਾਂ ਕਹਿਣੀਆਂ ਆਰੰਭ ਕਰ ਦਿੱਤੀਆਂ। ਜਦੋਂ ਇਸ ਗੱਲ ਦਾ ਡਲਹੌਜੀ ਨੂੰ ਪਤਾ ਲੱਗਾ, ਉਸਨੇ ਡਾਕਟਰ ਲਾਗਨ ਨੂੰ ਚਿੱਠੀ ਲਿਖੀ, ਤੁਸੀਂ ਰਾਣੀ ਨੂੰ ਸਾਫ਼ ਦੱਸ ਦਿਓ ਕਿ ਪੰਜਾਬ ਦਾ ਰਾਜ ਸਦਾ ਲਈ ਖਤਮ ਕਰ ਦਿੱਤਾ ਗਿਆ ਹੈ ਤੇ ਉਸਦੇ ਦੁਬਾਰਾ ਹਾਸਲ ਕਰਨ ਬਾਰੇ ਸੋਚਣਾ ਨਹੀਂ। ਉਸਦੇ ਪੁੱਤਰ ਦੀ ਥਾਂ ਤੇ ਕਿਸੇ ਹੋਰ ਬਾਦਸ਼ਾਹੀ ਦੇ ਸੁਪਨੇ ਲੈਣੇ ਸਰਕਾਰ ਦੇ ਵਿਰੁੱਧ ਜੁਰਮ ਹੈ। ਇਹ ਉਸਦਾ ਫਰਜ਼ ਹੈ ਕਿ ਇਸ ਬਾਰੇ ਆਪਣੇ ਪੁੱਤਰ ਨੂੰ ਸਮਝਾ ਕੇ ਰੱਖੇ। ਅੱਗੇ ਵਾਸਤੇ ਜੇ ਕਦੇ ਉਸਦੇ ਪੁੱਤਰ ਨੇ ਆਪਣੀ ਤਾਕਤ ਵਧਾਉਣ ਦੀ ਆਸ ਰੱਖੀ ਤਾਂ ਜਿਸ ਹਾਲਤ ਵਿੱਚ ਉਹ ਹਨ, ਇਸ ਨਾਲੋਂ ਵਧੇਰੇ ਸੋਚਣ ਬਾਬਤ ਪਤਾ ਲੱਗਾ ਕਿ ਉਸਦੇ ਹੱਕ ਵਿੱਚ ਇਹ ਬਹੁਤ ਬੁਰਾ ਸਾਬਤ ਹੋ ਸਕਦਾ ਹੈ। ਲਾਗਨ ਨੇ ਰਾਣੀ ਨੂੰ ਬੜੀ ਹਕਮਾਨਾ ਢੰਗ ਨਾਲ ਤਾੜਨਾ ਕੀਤੀ। ਮੁੜ ਕੇ ਕਦੇ ਅਜਿਹੀ ਗੱਲ ਮੂੰਹੋਂ ਨਾ ਨਿਕਲੇ। ਵਿਚਾਰੇ ਸ਼ਿਵਦੇਵ ਸਿੰਘ ਦੇ ਸੁਪਨੇ ਇੱਥੇ ਮੁੱਕ ਗਏ। ਮਹਾਰਾਜਾ ਦਲੀਪ ਸਿੰਘ ਨੇ ਈਸਾਈ ਹੋਣ ਦਾ ਫੈਸਲਾ ਹੋ ਗਿਆ। ਹੁਣ ਬਾਕੀ ਸੀ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣਾ, ਇਹ ਸਾਬਤ ਕਰਨਾ ਕਿ ਮਹਾਰਾਜਾ ਆਪਣੇ ਆਪ ਈਸਾਈ ਹੋਇਆ ਹੈ। ਅਸਾਂ ਇਸ ਵਿੱਚ ਕੋਈ ਹਿੱਸਾ ਨਹੀਂ ਪਾਇਆ। ਲਾਗਨ ਨੇ ਇਸ ਕੰਮ ਨੂੰ ਬੜੀ ਚਾਤਰਾਈ ਨਾਲ ਨਿਭਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।